सतनाम। वाहिगुरु साहिब जी। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे तेहा हऊँ करी बखियान। सतनाम। वाहिगुरु साहिब जी। रे मन डीगना डोलीए, सीधे मार्ग धाओ। पाछे बाग डरावनो, आगे अगन तलाओ। रे मन डीगना डोलीए, सीधे मार्ग धाओ। पाछे बाग डरावनो, आगे अगन तलाओ। सैसे जीरा पर रहियो, माको अवर ना ढंग। नानक गुरमुख छुटिए, हर प्रीतम स्यों संग। सैसे जीरा पर रहियो, माको अवर ना ढंग। नानक गुरमुख छुटिए, हर प्रीतम स्यों संग। परम सन्मानयोग सतगुरां दी साजी निवाजी गुरु रूप गुरु प्यारी साध संगत जीओ। हुणे आप जी ने श्लोक 12 ते वधीक अंदरों गुरु नानक साहिब जी का उच्चारण किया हुआ 7वां श्लोक, जिसका पाठ हुणे आप जी ने सरवण किया है। लड़ीवार श्लोक 12 ते वधीक जिन्हां दी विचार आप जी सरवण करते आ रहे हो। अज का ये विचार अधीन शब्द श्लोक, आओ इसकी विचार आरंभ करने तो पहला कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सांझ पाओ। आखो जी वाहिगुरु जी का खालसा वाहिगुरु जी की फतेह। विचार अधीन पावन श्लोक के अंदर सतगुरु गुरु नानक साहिब जी ने साडे मन नूं संबोधन होके वचन फरमाए ने
ਇਹ ਰੇ ਮਨ ਡੀਗ ਨਾ ਡੋਲੀਐ ਸਿੱਧੇ ਮਾਰਗ ਤਾਉ। ਮਨ ਨੂੰ ਸੰਬੋਧਨ ਕਰ ਰਹੇ ਨੇ, ਰੇ ਮਨ ਡੀਗ ਨਾ ਡੋਲੀਐ। हे ਮਨ ਤੂੰ ਕਿਉਂ ਵਿਕਾਰਾਂ ਵਾਲੇ ਰਸਤੇ ਤੇ ਪੈ ਕੇ ਤੂੰ ਗਲਤ ਮਾਰਗ ਤੇ ਚੱਲ ਰਿਹਾ ਹੈ। ਤੂੰ ਸਿੱਧੇ ਮਾਰਗ ਤੇ ਆ। ਗਲਤ ਮਾਰਗ ਨੂੰ ਤਿਆਗ, ਗਲਤ ਮਾਰਗ ਨੂੰ ਛੱਡ। ਜਿਹੜਾ ਵਿਕਾਰਾਂ ਦਾ ਮਾਰਗ ਹੈ ਉਹ ਗਲਤ ਹੈ, ਮਾੜਾ ਹੈ, ਦੁਖਦਾਈ ਹੈ। हे ਮਨ ਤੂੰ ਧਰਮ ਦੇ ਰਸਤੇ ਤੇ ਪਾ ਕਿ ਸੱਚੇ ਮਾਰਗ ਤੇ ਚੱਲ, ਸਹੀ ਮਾਰਗ ਤੇ ਚੱਲ। ਸਹੀ ਮਾਰਗ ਤੇ ਚੱਲਿਆ ਹੀ ਆਤਮਿਕ ਆਨੰਦ, ਆਤਮਿਕ ਸੁਖ ਦੀ ਪ੍ਰਾਪਤੀ ਹੋਏਗੀ। ਅਤੇ ਵਿਕਾਰਾਂ ਵਾਲੇ ਮਾਰਗ ਤੇ ਚੱਲਿਆ ਜੀਵਨ ਦੁਖਦਾਈ ਬਣੇਗਾ। ਸਾਡੇ ਅੰਦਰ ਚਿੰਤਾ ਦਾ ਜਨਮ ਹੋਏਗਾ, ਪਰੇਸ਼ਾਨ ਹੋਵਾਂਗੇ। ਕਿਉਂ? ਕਿਉਂਕਿ ਮਨ ਗਲਤ ਰਸਤੇ ਤੇ ਚੱਲ ਰਿਹਾ ਹੈ। ਸਤਿਗੁਰਾਂ ਦੀ ਬਾਣੀ ਦਾ ਸਭ ਤੋਂ ਜ਼ਿਆਦਾ ਉਪਦੇਸ਼ ਇਸ ਮਨ ਵਾਸਤੇ ਹੈ, ਮਨ ਨੂੰ ਦਿੱਤਾ ਗਿਆ ਹੈ। ਬਹੁਤ ਜ਼ਿਆਦਾ ਬਾਣੀ ਦਾ ਉਪਦੇਸ਼ ਸਾਡੇ ਮਨ ਨੂੰ ਪ੍ਰਾਪਤ ਹੋ ਰਿਹਾ ਹੈ, ਕਿਉਂਕਿ ਮਨ ਇਸ ਦੇਹੀ ਦਾ ਰਾਜਾ ਹੈ, ਮਨ ਸੁਲਤਾਨ ਹੈ। ਮਨ ਹੀ ਸਾਡੇ ਸਰੀਰ ਨੂੰ ਚਲਾਉਣ ਵਾਲਾ ਹੈ, ਮਨ ਹੀ ਸਾਨੂੰ ਚਲਾਉਣ ਵਾਲਾ ਹੈ। ਜਿਸ ਪਾਸੇ ਸਾਡਾ ਮਨ ਆਖੇਗਾ ਅਸੀਂ ਉਸ ਪਾਸੇ ਚੱਲਾਂਗੇ। ਇਹ ਮਨ ਰਾਜਾ ਹੈ। ਸਤਿਗੁਰਾਂ ਦੀ ਬਾਣੀ ਦਾ ਫੈਸਲਾ ਹੈ, ਮਨ ਰਾਜਾ ਸੁਲਤਾਨ। ਇਹ ਮਨ ਰਾਜਾ ਹੈ, ਬਾਦਸ਼ਾਹ ਹੈ। ਇਸੇ ਤਰ੍ਹਾਂ ਹੋਰ ਪਾਤਸ਼ਾਹ ਬਾਣੀ ਅੰਦਰ ਆਖਦੇ ਨੇ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ। ਇਸ ਸਰੀਰ ਰੂਪੀ ਨਗਰ ਦਾ ਜੋ ਰਾਜਾ ਹੈ ਉਹ ਮਨ ਹੈ। ਹੁਣ ਜਿਹੋ ਜਿਹਾ ਮਨ ਹੋਵੇਗਾ ਉਹੋ ਜਿਹੇ ਸਾਡੇ ਕਰਮ ਹੋਣਗੇ। ਜੇ ਮਨ ਮਾੜਾ ਹੈ, ਮਨ ਮਲੀਨ ਹੈ, ਤੇ ਕਰਮ ਵੀ ਸਾਡੇ ਮਾੜੇ ਹੋਣਗੇ। ਜੇ ਮਨ ਨਿਰਮਲ ਹੈ ਅੰਦਰੋਂ, ਮਨ ਅੰਦਰੋਂ ਸਚਿਆਰ ਹੈ, ਤੇ ਸਾਡੇ ਬਾਹਰਲੇ ਕਰਮ ਵੀ ਨਿਰਮਲ ਹੋਣਗੇ, ਬਾਹਰਲੇ ਕਰਮ ਵੀ ਸੱਚੇ ਹੋਣਗੇ। ਕਿਉਂਕਿ ਇਸ ਸਰੀਰ ਨੂੰ ਚਲਾਉਣ ਵਾਲਾ ਮਨ ਹੈ। ਜਿਸ ਪਾਸੇ ਮਨ ਆਖੇਗਾ ਪੈਰ ਉਸ ਪਾਸੇ ਚੱਲਣਗੇ, ਅੱਖਾਂ ਉਹੀ ਦੇਖਣਗੀਆਂ ਜੋ ਮਨ ਕਹਿ ਰਿਹਾ ਹੈ। ਜੇ ਮਨ ਅੰਦਰੋਂ ਮੈਲਾ ਹੈ, ਵਿਕਾਰਾਂ ਵਿੱਚ ਗਲਤਾਨ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਫੈਸਲਾ ਹੈ, ਕਹਿੰਦੇ ਨੇ ਮਨ ਮੈਲੇ ਸਭ ਕੁਛ ਮੈਲਾ। ਜੇ ਮਨ ਅੰਦਰੋਂ ਮੈਲਾ ਹੈ ਫਿਰ ਅੱਖਾਂ ਵੀ ਮੈਲਾ ਤੱਕਣਗੀਆਂ, ਹੱਥ ਵੀ ਮਾੜੀ ਕਰਮ ਕਰਨਗੇ, ਪੈਰ ਵੀ ਮਾੜੀ ਮਾਰਗ ਤੇ ਚੱਲਣਗੇ, ਰਸਨਾ ਵੀ ਮਾੜਾ ਬੋਲੇਗੀ, ਕੰਨ ਵੀ ਮਾੜਾ ਸੁਣਨਗੇ। ਕਿਉਂ? ਕਿਉਂਕਿ ਮਨ ਮੈਲਾ ਹੈ। ਤੇ ਜਿੱਦਣ ਇਹ ਮਨ ਸਚਿਆਰ ਹੋਵੇਗਾ, ਜਿੱਦਣ ਇਹ ਮਨ ਨਿਰਮਲ ਹੋਵੇਗਾ, ਉਦੋਂ ਅੱਖਾਂ ਵੀ ਨਿਰਮਲ ਹੋ ਜਾਣਗੀਆਂ, ਬਾਹਰ ਦੀਆਂ ਇੰਦਰੀਆਂ ਵੀ ਨਿਰਮਲ ਹੋ ਜਾਣਗੀਆਂ। ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਜੀਉ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨਿ ਖਟਿਆ। ਭਲੇ ਸੇਵਨ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਮਨ ਅੰਦਰੋਂ ਨਿਰਮਲ ਹੈ ਤੇ ਸਾਡੀ ਦੇਖਣੀ ਨਿਰਮਲ ਹੋਵੇਗੀ,
ਸਾਡੇ ਕਰਮ ਨਿਰਮਲ ਹੋਣਗੇ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ ਕਿ ਮਨ ਇਸ ਨਗਰੀ ਦਾ ਰਾਜਾ ਹੈ, ਮਨ ਇਸ ਸਰੀਰ ਨੂੰ ਚਲਾਉਣ ਵਾਲਾ ਹੈ। ਜੇ ਮਨ ਗਲਤ ਮਾਰਗ ਤੇ ਹੈ, ਜੇ ਮਨ ਗਲਤ ਮਾਰਗ ਤੇ ਹੈ ਤੇ ਇਸ ਇਕੱਲੇ ਮਨ ਦੇ ਗਲਤ ਮਾਰਗ ਤੇ ਪੈਣ ਕਰਕੇ ਦੂਸਰੀਆਂ ਇੰਦਰੀਆਂ ਵੀ ਗਲਤ ਮਾਰਗ ਤੇ ਪੈ ਜਾਣਗੀਆਂ। ਇਸ ਕਰਕੇ ਗੁਰਦੇਵ ਮਨ ਨੂੰ ਉਪਦੇਸ਼ ਦੇ ਰਹੇ ਨੇ, ਰੇ ਮਨ ਡੀਗ ਨਾ ਡੋਲੀਏ, ਸਿੱਧੇ ਮਾਰਗ ਤਾਓ। ਹਿੰਦ ਮਨ ਤੂੰ ਵਿਕਾਰਾਂ ਵਿੱਚ ਭਟਕਣਾ, ਵਿਕਾਰਾਂ ਵਿੱਚ ਡੋਲਣਾ। ਹੁਣ ਕਿਉਂ ਇਹ ਮਨ ਵਿਕਾਰਾਂ ਵਿੱਚ ਗਲਤਾਨ ਹੁੰਦਾ ਹੈ? ਕਿਉਂ ਇਹ ਜਿਹੜਾ ਮਨ ਹੈ ਵਿਕਾਰਾਂ ਵਿੱਚ ਰਸ ਪ੍ਰਾਪਤ ਕਰਦਾ ਹੈ? ਕਿਉਂ ਵਾਰ-ਵਾਰ ਜਾ ਕੇ ਵਿਕਾਰਾਂ ਵਿੱਚ ਡਿੱਗਦਾ ਹੈ? ਕਾਰਨ ਇਹ ਹੈ ਕਿ ਇਸ ਮਨ ਦੇ ਕੋਲ ਰੱਬੀ ਗਿਆਨ ਨਹੀਂ, ਗੁਰੂ ਦੀ ਮੱਤ ਨਹੀਂ, ਸ਼ੁਭ ਗੁਣਾਂ ਵਾਲੀ ਮੱਤ ਨਹੀਂ ਹੈਗੀ ਉਸ ਮਨ ਕੋਲ। ਹੁਣ ਮਨ ਦਾ ਕਰਮ ਹੈ ਭਟਕਣਾ, ਮਨ ਦਾ ਸੁਭਾਅ ਹੈ ਕਿ ਉਡਾਰੀ ਮਾਰਨਾ, ਮਨ ਦਾ ਇਹ ਸੁਭਾਅ ਹੈ ਕਿ ਇਸਨੇ ਵਿਕਾਰਾਂ ਵਿੱਚੋਂ ਰਸ ਲੈਣਾ ਹੈ। ਤੇ ਜੇ ਇਸ ਮਨ ਨੂੰ ਰੋਕਣਾ ਹੈ ਤੇ ਉਹਦੇ ਵਾਸਤੇ ਸਾਨੂੰ ਕੁਝ ਯਤਨ ਕਰਨਾ ਪਵੇਗਾ। ਜੇ ਮਨ ਨੂੰ ਗਲਤ ਮਾਰਗ ਤੋਂ ਰੋਕਣਾ ਹੈ, ਸਹੀ ਮਾਰਗ ਤੇ ਲੈ ਕੇ ਆਉਣਾ ਹੈ ਤੇ ਸਾਨੂੰ ਕੁਝ ਯਤਨ ਕਰਨਾ ਪਵੇਗਾ। ਗੁਰਦੇਵ ਸੱਚੇ ਪਾਤਸ਼ਾਹ ਬਾਣੀ ਅੰਦਰ ਇਸ ਮਨ ਨੂੰ ਗਧਾ ਆਖਦੇ ਨੇ। ਮਨ ਉਠਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਤਾ, ਖਰ ਕਾ ਪੈਖਰ ਤੋ ਛੁਟੈ ਨੂੰ ਉੱਪਰ ਲਾਤਾ। ਇਹ ਮਨ ਤੂੰ ਗਧੇ ਵਾਂਗ ਹੈ। ਜੇ ਤੈਨੂੰ ਖਾਲੀ ਛੱਡਿਆ ਜਾਏਗਾ, ਤੇਰਾ ਵਿਸ਼ਵਾਸ ਨਹੀਂ ਕਿ ਤੂੰ ਖਾਲੀ ਰਹਿ ਕੇ ਸਹੀ ਰਵੇਗਾ, ਨਹੀਂ। ਜੇ ਤੈਨੂੰ ਖਾਲੀ ਛੱਡ ਦਿੱਤਾ ਜਾਵੇਗਾ, ਇਹ ਮਨ ਤੂੰ ਮਾੜੇ ਪਾਸੇ ਭਟਕੇਗਾ। ਜਿਸ ਨੂੰ ਹਜ਼ੂਰ ਆਖਦੇ ਨੇ ਕਿ ਹਰੀ ਅੰਗੂਰੀ ਗਧਾ ਚਰੈ, ਕਿ ਇਸ ਮਨ ਨੂੰ ਗਧਾ ਆਖਿਆ ਹੈ। ਤੇ ਮਨ ਦੀ ਗਧਾ ਕੀ ਵਿਕਾਰਾਂ ਦੇ ਵਿੱਚੋਂ ਰਸ ਭੋਗਦਾ ਹੈ। ਨਿਤ ਉਠ ਹਾਸੈ ਹਿੰਗੈ ਮਰੈ, ਬੜਾ ਵਿਕਾਰਾਂ ਵਿੱਚ ਖੁਸ਼ ਹੁੰਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਇਸੇ ਵਿਕਾਰਾਂ ਕਾਰਨ ਹੀ ਤੇਰੀ ਜ਼ਮੀਰ ਦੀ ਮੌਤ ਹੋ ਰਹੀ ਹੈ, ਆਤਮਿਕ ਮੌਤ ਹੋ ਰਹੀ ਹੈ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ ਕਿ ਜੇ ਇਸ ਮਨ ਨੂੰ ਵਿਕਾਰਾਂ ਤੋਂ ਰੋਕਣਾ ਹੈ, ਗਲਤ ਮਾਰਗ ਤੋਂ ਰੋਕਣਾ ਹੈ, ਤੇ ਇਸ ਮਨ ਨੂੰ ਸਮਝਾਉਣਾ ਪਵੇਗਾ। ਤੇ ਕੀ ਤਰੀਕਾ ਹੈ ਸਮਝਾਉਣ ਦਾ? ਕਿਵੇਂ ਇਹ ਮਨ ਸਮਝੇਗਾ? ਕਿਵੇਂ ਇਹ ਮਨ ਸਹੀ ਮਾਰਗ ਤੇ ਆਵੇਗਾ? ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਹੈ ਬਾਣੀ ਅੰਦਰ, ਹਜ਼ੂਰ ਆਖਦੇ ਨੇ ਮਨ ਕੁੰਸਰ ਪੀਲਕ ਗੁਰੂ ਗਿਆਨ ਕੁੰਡਾ, ਜਹ ਖਿੰਚੈ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉਜੜ ਪਾਏ। ਹਜ਼ੂਰ ਨੇ ਇਸ ਮਨ ਦੀ ਤੁਲਨਾ ਮਸਤ ਹਾਥੀ ਦੇ ਨਾਲ ਕੀਤੀ ਕਿ ਇਹ ਮਨ ਬੜਾ ਤਗੜਾ ਮਸਤ ਹਾਥੀ ਹੈ। ਪਰ ਜੇ ਇਸ ਮਸਤ ਹਾਥੀ ਨੂੰ, ਤਾਕਤਵਰ ਇਸ ਮਨ ਰੂਪੀ ਹਾਥੀ ਨੂੰ ਕਾਬੂ ਨਾ ਕੀਤਾ ਗਿਆ ਤੇ ਬੜਾ ਨੁਕਸਾਨ ਕਰੇਗਾ। ਇਹ ਬੜੇ ਫਸਲਾਂ ਨੂੰ ਉਜਾੜੇਗਾ ਜੇ ਇਸ ਮਨ ਰੂਪੀ ਹਾਥੀ ਨੂੰ ਕੰਟਰੋਲ ਕੀਤਾ ਗਿਆ। ਤੇ ਗੁਰਦੇਵ ਸੱਚੇ ਪਾਤਸ਼ਾਹ ਆਖਦੇ ਨੇ ਕਿ ਕਿਵੇਂ ਇਸ ਮਨ ਰੂਪੀ ਹਾਥੀ ਨੂੰ ਕੰਟਰੋਲ ਕਰਨਾ ਹੈ। ਹਜ਼ੂਰ ਆਖਦੇ ਨੇ ਕਿ ਮਨ ਕੁੰਸਰ ਪੀਲਕ ਗੁਰੂ, ਮਹਾਵਤ ਗੁਰੂ ਨੂੰ ਬਣਾਈਏ। ਗਿਆਨ ਕੁੰਡਾ ਹਨ, ਮਹਾਵਤ ਦੇ ਕੋਲ ਕੁੰਡਾ ਹੁੰਦਾ ਹੈ ਜਿਸ ਦੇ ਅਧੀਨ ਉਹ ਹਾਥੀ ਨੂੰ ਮੋੜਦਾ ਹੈ, ਉਹਦੇ ਸਿਰ ਤੇ ਮਾਰਦਾ ਹੈ ਤੇ ਹਾਥੀ ਉਸ ਮਹਾਵਤ ਦੇ ਆਖੇ ਚੱਲਦਾ ਹੈ, ਉਹਦੇ ਇਸ਼ਾਰਿਆਂ ਤੇ ਚੱਲਦਾ ਹੈ। ਹੁਣ ਬਾਦਸ਼ਾਹ ਆਖਦੇ ਨੇ ਕਿ ਰੇ ਮਨ ਡੀਗ ਨਾ ਡੋਲੀਏ, ਸਿੱਧੇ ਮਾਰਗ ਧਾਓ। ਜਿਸ ਮਨ ਨੂੰ ਸਿੱਧੇ ਮਾਰਗ ਤੇ ਲੈ ਕੇ ਆਉਣਾ ਹੈ
ਤੇ ਫਿਰ ਕਿਸ ਮਨ ਦੇ ਉੱਤੇ ਗੁਰੂ ਗਿਆਨ ਦਾ ਕੁੰਡਾ ਟਿਕਾਈਏ। ਮਨ ਕੁੰਸਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੇ ਤੇ ਜਾਏ। ਫਿਰ ਜਿਸ ਪਾਸੇ ਗਿਆਨ ਇਸ ਮਨ ਨੂੰ ਪੁਰੇਗਾ, ਸਤਿਗੁਰਾਂ ਦਾ ਗਿਆਨ, ਫਿਰ ਇਹ ਮਨ ਉਸ ਪਾਸੇ ਚੱਲੇਗਾ। ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਉਜੜ ਪਾਹੇ, ਕਿ ਜਿਸ ਮਨ ਉੱਤੇ ਗਿਆਨ ਦਾ ਕੁੰਡਾ ਨਹੀਂ ਹੁੰਦਾ, ਉਹੀ ਮਨ ਕੀ ਉਜਾੜੇ ਵਾਲੇ ਪਾਸੇ ਜਾਂਦਾ ਹੈ। ਬੜਿਆਂ ਦੇ ਘਰ ਉਜਾੜਦਾ ਹੈ, ਬੜਿਆਂ ਦੇ ਘਰ ਲੁੱਟਦਾ ਹੈ, ਬੜਿਆਂ ਦੇ ਘਰਾਂ ਦਾ ਉਹ ਨੁਕਸਾਨ ਕਰਦਾ ਹੈ। ਕਿਉਂ? ਕਿਉਂਕਿ ਮਨ ਉੱਤੇ ਗਿਆਨ ਦਾ ਕੁੰਡਾ ਨਹੀਂ। ਤੇ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਕਿ ਇਸ ਮਨ ਨੂੰ ਸਮਝਾਉਣ ਵਾਸਤੇ ਗੁਰੂ ਦਾ ਗਿਆਨ ਅਪਣਾਉਣਾ ਹੈ। ਹੁਣ ਗਿਆਨ ਇਸ ਕਰਕੇ ਲੈਣਾ ਹੈ, ਨੌਲੇਜ ਵਾਸਤੇ ਨਹੀਂ ਕਿ ਮੈਂ ਬੜਾ ਇਕੱਠਾ ਕਰਕੇ ਰੱਖਣਾ ਹੈ, ਨਹੀਂ। ਗਿਆਨ ਇਸ ਕਰਕੇ ਲੈਣਾ ਹੈ ਕਿ ਮੈਂ ਆਪਣੇ ਮਨ ਨੂੰ ਸਮਝਾ ਸਕਾਂ। ਬਾਣੀ ਇਸ ਕਰਕੇ ਪੜ੍ਹਨੀ ਹੈ ਕਿ ਜਿਹੜਾ ਮਨ ਹੰਕਾਰੀ ਹੋ ਜਾਂਦਾ ਹੈ, ਜਿਹੜਾ ਮਨ ਕਾਮੀ ਹੋ ਜਾਂਦਾ ਹੈ, ਕ੍ਰੋਧੀ ਹੋ ਜਾਂਦਾ ਹੈ, ਈਰਖਾ ਨਫ਼ਰਤ ਵਿੱਚ ਜਿਹੜਾ ਮਨ ਆ ਜਾਂਦਾ ਹੈ, ਸਭ ਕੁਝ ਮਨ ਤੇ ਵਾਪਰ ਰਿਹਾ ਹੈ, ਪਰ ਜੋ ਕੁਝ ਵਾਪਰਦਾ ਹੈ ਫਿਰ ਬਾਹਰ ਪ੍ਰਗਟ ਹੁੰਦਾ ਹੈ। ਕਰਮ ਤੇ ਬਾਅਦ ਦੇ ਵਿੱਚੋਂ ਆਉਂਦੇ ਨੇ। ਪਹਿਲਾਂ ਵਾਪਰਦਾ ਕ੍ਰੋਧ ਸਾਡੇ ਮਨ ਤੇ ਹੈ, ਫਿਰ ਉਹ ਕ੍ਰੋਧ ਬਾਹਰ ਨਿਕਲਦਾ ਹੈ। ਪਹਿਲਾ ਹੰਕਾਰ ਮਨ ਵਿੱਚ ਆਉਂਦਾ ਹੈ, ਵਾਸ਼ਨਾ ਮਨ ਵਿੱਚ ਆਉਂਦੀ ਹੈ, ਈਰਖਾ ਨਫ਼ਰਤ ਮਨ ਵਿੱਚ ਪੈਦਾ ਹੁੰਦੀ ਹੈ, ਬਾਅਦ ਦੇ ਅੰਦਰੋਂ ਉਹ ਪ੍ਰਗਟ ਹੁੰਦੀ ਹੈ। ਤੇ ਬਾਦਸ਼ਾਹ ਆਖਦੇ ਨੇ ਕਿ ਬਾਣੀ ਇਸ ਕਰਕੇ ਪੜ੍ਹਨੀ ਹੈ, ਇਸ ਮਨ ਨੂੰ ਸਮਝਾਉਣ ਵਾਸਤੇ। ਅੰਮ੍ਰਿਤ ਬਾਣੀ ਘਟ ਤੇ ਉਸਰੋਂ ਆਤਮ ਕੋ ਸਮਝਾਵੋ, ਮਨ ਨੂੰ ਸਮਝਾਉਣ ਵਾਸਤੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਜਦ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਸ ਕਰਕੇ ਬਾਣੀ ਪੜ੍ਹਨੀ ਹੈ। ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀਏ ਗਿਆਨ, ਮਨ ਨੂੰ ਸਮਝਾਉਣ ਵਾਸਤੇ, ਕਿਉਂਕਿ ਜਿਹੜਾ ਧਰਮ ਦਾ ਗਿਆਨ ਹੈ ਉਹ ਮਨ ਵਾਸਤੇ ਹੈ। ਤੇ ਹੋਰ ਪਾਤਸ਼ਾਹ ਕਿਰਪਾ ਕਰਦੇ ਨੇ ਆਸਾ ਕੀ ਵਾਰ ਅੰਦਰ, ਕੁੰਭੇ ਬੱਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ। ਇਸ ਮਨ ਨੂੰ ਬੰਨਿਆ ਜਾ ਸਕਦਾ ਹੈ, ਪਕੜਿਆ ਜਾ ਸਕਦਾ ਹੈ ਗੁਰੂ ਗਿਆਨ ਦੇ ਨਾਲ। ਤੇ ਬਾਦਸ਼ਾਹ ਇੱਥੇ ਜੋ ਸਮਝਾ ਰਹੇ ਨੇ, ਰੇ ਮਨ ਡੀਗ ਨਾ ਡੋਲੀਐ, ਸਿੱਧੈ ਮਾਰਗ ਧਾਓ। हे ਮਨ ਤੂੰ ਵਿਕਾਰਾਂ ਵਾਲੇ ਵਿੰਗੇ ਰਸਤੇ ਉੱਤੇ ਨਾ ਚੱਲ, हे ਮਨ ਤੂੰ ਸਿੱਧੇ ਮਾਰਗ ਤੇ ਆ ਜਾ। ਕਿਉਂਕਿ ਗਲਤ ਮਾਰਗ ਤੇ ਚੱਲਿਆ ਬੜਾ ਨੁਕਸਾਨ ਹੁੰਦਾ ਹੈ, ਬੜਾ ਬੁਰਾ ਧੱਕਾ ਵੱਜਦਾ ਹੈ ਤੇ ਬੜਾ ਦੁੱਖ ਹੁੰਦਾ ਹੈ। ਫਿਰ ਜਦੋਂ ਧੱਕਾ ਵੱਜਦਾ ਹੈ ਨਾ ਗਲਤ ਮਾਰਗ ਤੇ ਚੱਲਦਿਆਂ ਹੋਇਆ, ਤੇ ਵੱਜਦਾ ਜ਼ਰੂਰ ਹੈ, ਤੇ ਫਿਰ ਬੜਾ ਨੁਕਸਾਨ ਹੁੰਦਾ ਹੈ, ਬੜਾ ਅੰਦਰ ਦੁਖੀ ਹੁੰਦਾ ਹੈ। ਸੋਧੇ ਸੋਧੇ ਰੇ ਚਲੋ ਨਤਰ ਕੁਤੱਕਾ ਦਵਈਏ। हे ਮਨ ਤੂੰ ਸਿੱਧੇ ਮਾਰਗ ਤੇ ਚੱਲ, ਸਹੀ ਮਾਰਗ ਤੇ ਚੱਲ। ਗਲਤ ਮਾਰਗ ਤੇ ਚੱਲਦਿਆਂ ਹੋਇਆ ਇੱਕ ਦਿਨ ਬੜਾ ਮਾੜਾ ਧੱਕਾ ਵੱਜਦਾ ਹੈ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਉ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜੀਓ। ਬਾਬਾ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਮਨ ਵਾਸਤੇ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਆ ਮਾਇਆ ਕੇ ਡਾਂਡੇ। ਇਹ ਮਨ ਤੂੰ ਕਿਉਂ ਮਾਇਆ ਦੀਆਂ ਠੱਗੀਆਂ ਮਗਰ ਲੱਗਾ ਹੋਇਆ ਹੈ? ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ। हे ਮਨ ਤੂੰ ਭਰਮ ਨੂੰ ਭਟਕਣਾ ਵਾਲੇ ਰਸਤੇ ਨੂੰ ਛੱਡ ਦੇ। ਡਗਮਗ ਛਾੜ ਰੇ ਮਨ ਬੋਰਾ, ਅਬ ਤੂੰ ਜਰੇ ਮਰੇ ਸਿੱਧ ਪਾਈਏ, ਲੀਨੂ ਹਾਥ ਸੰਦੌਰਾ। हे ਮਨ ਤੂੰ ਡਗਮਗ ਵਾਲੇ ਰਸਤੇ ਨੂੰ ਤਿਆਗ ਦੇ। ਜਦੋਂ ਕਿਸੇ ਮਨੁੱਖ ਨੇ ਬਹੁਤਾ ਨਸ਼ਾ ਕੀਤਾ ਹੋਵੇ ਨਾ, ਉਹਦੇ ਤੋਂ ਸਹੀ ਨਹੀਂ ਚੱਲਿਆ ਜਾਂਦਾ। ਆਪਣੇ ਮਨੋਂ ਤੋਂ ਸਹੀ ਚੱਲਦਾ ਹੈ, ਪਰ ਸ਼ਰਾਬੀ ਮਨੁੱਖ ਉਹਦੇ ਧੱਕੇ ਨਾਲ ਜਿਹੜੇ ਪੈਰ ਨੇ ਉਹ ਇੱਧਰ ਉੱਧਰ ਹੁੰਦੇ ਨੇ,
क्योंकि बहुता नशे अंदर है। हे मन, तू विकारां वाले रस्ते विच पै के गलत मार्ग नूं, भटकना वाले मार्ग नूं त्याग दे ते थिर हो जा। अंतर आत्मे अडोल हो, मन में थिर रहो, मत कत जाहि जियो। के मन तू थिर हो अपने अंतर आत्मे, अडोल हो, अपने अंदरों भटकना का त्याग कर ते सही मार्ग ते चल। सच्चे मार्ग चलदियां उस्तत करे जहान। सही मार्ग ते चलिया जिथे अपने आप को सुकून मिलता है, सुख मिलता है, आनंद मिलता है, उत्थे संसार की वडियाई भी प्राप्त होती है। ते पातशाह आखदे ने, रे मन डीग ना डोलीए, सीधे मार्ग धाओ। पाछे बाग डरावनो, आगे अगन तलाओ। गुरु नानक सिंह जी आखदे ने, पाछे बाग डरावनो। इथों बाग का अर्थ है बगियाड़, बगियाड़ का अर्थ है आत्मिक मौत आ जाएगी। आत्मिक मौत तेनों खा जाएगी। तेरा सस्यारा जीवन, निर्मल जीवन, जमीर वाला जीवन, आत्मिक जीवन, शुभ गुणों वाला जीवन, ये आत्मिक मौत आ गई तो तेनों अंदरों मार देगी, मार देगी। ज्यों ज्यों तू गलत मार्ग पर चलेगा, फिर तेरे अंदर दया नहीं होगी, प्यार नहीं होगा, सबर संतोख नहीं होगा। ये सब कुछ ये चीज़ां अंदरों खत्म हो जाएंगियां, क्योंकि तेरी आत्मिक मौत हो चुकी है। तेनों तरस नहीं आ रहा, तेनों दया नहीं आ रही। हुण जदों ऐसियां अनेकां ही आप दी खबरां सुनते हो कि किसी छोटी बच्ची के नाल कुकर्म हो रहा है, तो कौन कर रहा है? जिसका अंदर बिल्कुल मर चुका है, तो किसी की किडनी बेच रहा है, किसी अपने फायदे वास्ते किसी को जहर खवा रहा है, क्योंकि वह अंदर पत्थर हो चुका है, वो अंदर की मौत हो चुकी है, वो अंदर बिल्कुल दया नहीं। तो बादशाह कहते हैं, गलत मार्ग ते चलदियां होया कि तेरे अंदर की मौत ना हो जाए, तेरी जमीर ना अंदरों खत्म हो जाए। इस करके ही मन तू गलत मार्ग का त्याग करके सही मार्ग ते चल। पाछे बाग डरावनो, आगे अगन तलाओ। अगे चलदिया होया होर तृष्णा दे तलाब के अंदर, भयानक तलाब के अंदर तू फस जाएगा घूमन घेरियां विच। अवर पंच हम एक जना, क्यों राखो घर बाहर मना। मारे लूटे नीत नीत, त्यागे करी पुकार जना। श्री राम नामा उसर मना, आगे जम दल बिखम घना। ज्यों ज्यों इस मार्ग ते चलेगा, त्यों त्यों तेरा मार्ग डरावना ते बिखम बनता जाएगा। ते हजूर अगे रहमत करदे ने, सहसे जीरा पर रहो, माको अवर ना ढंग। इस मार्ग ते चलिया सहसे जीरा पर रहे हो। हुण जिंदगी मिली है आनंद वास्ते, क्योंकि वार वार जीवन नहीं मिलना। जिंदगी का कीमती सरमाया आनंद है कि मेरी जिंदगी का एक एक पल आनंद विच बतीत होवे, क्योंकि जिहड़ा पल लंघ रहा है वो मैनूं दोबारा नहीं मिलना, तो जिंदगी भी दोबारा नहीं मिलनी। तो बादशाह आखदे ने, क्यों तू सहसे जीरा। सहसे का अर्थ है शैम, डर। क्यों तू कीमती जिंदगी डर विच बतीत कर रहा है। तो डर किसके अंदर हुंदा है? जिसके अंदर पाप होवे, पापी कर्म कमांदे करदे हाय हाय, उन्हां दा अंदर हमेशा सहमिया हुंदा है। तो बादशाह कहते हैं, जिंदगी इस करके तो नहीं मिली कीमती जिंदगी कि तेरी जिंदगी डर विच सहम विच बतीत होवे। नहीं, एक एक पल आनंद विच लंघे, जिंदगी जिउण दा रस आ जाए। जिवें खाना चंगा ना बनिया होवे तो असीं कहने आनंद नहीं आया, बनाया भी, मेहनत भी की, पर रस नहीं आया। तो हुण जिंदगी मिली है तो रस नहीं आया, आनंद नहीं आया, तो फिर इस जिंदगी का लाभ की? ते सच्चा आनंद एक है कि
ਜਿਹੜਾ ਸੁੱਖ ਛੇਤੀ ਖਤਮ ਹੋ ਜਾਂਦਾ ਹੈ, ਜਿਹੜੀ ਖੁਸ਼ੀ ਛੇਤੀ ਖਤਮ ਹੋ ਜਾਂਦੀ ਹੈ, ਪਾਤਸ਼ਾਹ ਕਹਿੰਦੇ ਨੇ ਉਹ ਨਹੀਂ, ਉਹ ਆਨੰਦ, ਉਹ ਖੇੜਾ ਜਿਹੜਾ ਸਦਾ ਹੀ ਜ਼ਿੰਦਗੀ ਵਿੱਚ ਬਣਿਆ ਰਹੇ। ਬਾਹਰਲੀਆਂ ਮੁਸੀਬਤਾਂ ਵਿੱਚ ਵੀ ਉਹ ਆਨੰਦ ਹੋਵੇ, ਬਾਹਰ ਦੇ ਦੁੱਖਾਂ ਵਿੱਚ ਵੀ ਉਹ ਆਨੰਦ ਹੋਵੇ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੀ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ। ਕਹਿ ਨਾਨਕੇ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਇਹ ਅਸਲ ਆਨੰਦ ਹੈ। ਤੇ ਪਾਤਸ਼ਾਹ ਆਖਦੇ ਨੇ, ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਮਨ ਦੇ ਪਿੱਛੇ ਚੱਲਣ ਵਾਲਾ ਇਨਸਾਨ ਸਹਿਮਿਆ ਹੋਇਆ ਹੈ, ਇੰਨੀ ਚਿੰਤਾ ਹੈ ਅੰਦਰ, ਡਿਪਰੈਸ਼ਨ ਹੈ, ਸਟ੍ਰੈਸ ਹੈ, ਸੁੱਖ ਦੀ ਨੀਂਦ ਵੀ ਪ੍ਰਾਪਤ ਨਹੀਂ ਹੋ ਰਹੀ। ਕਾਰਨ ਕੀ ਹੈ? ਮਨ ਗਲਤ ਪਾਸੇ ਚੱਲ ਰਿਹਾ ਹੈ, ਮਨ ਦੇ ਅੰਦਰ ਗਲਤ ਵਿਚਾਰ ਆ ਰਹੇ। ਇਸ ਕਰਕੇ ਹਜ਼ੂਰ ਆਖਦੇ ਨੇ, ਸਹਿਸੇ ਜੀਰਾ ਪਰ ਰਹਿਓ, ਮਾਕੂ ਅਵਰ ਨਾ ਢੰਗ। ਇੱਥੇ ਮਾਨ ਦਾ ਅਰਥ ਹੈ ਮੈਨੂੰ, ਹੋਰ ਕੋਈ ਗੁਰੂ ਤੋਂ ਬਿਨਾਂ ਢੰਗ ਨਹੀਂ ਦਿਸਦਾ, ਹੋਰ ਕੋਈ ਤਰੀਕਾ ਨਹੀਂ ਕਿ ਇਸ ਮਨ ਨੂੰ ਗਲਤ ਮਾਰਗ ਤੋਂ ਬਚਾ ਕੇ ਸਹੀ ਮਾਰਗ ਤੇ ਲਿਆਂਦਾ ਜਾਏ। ਇੱਕੋ ਹੀ ਤਰੀਕਾ ਹੈ ਗੁਰੂ। ਜਿਸ ਤਰ੍ਹਾਂ ਹਨੇਰੇ ਨੂੰ ਖਤਮ ਕਰਨ ਵਾਸਤੇ ਇੱਕੋ ਹੀ ਤਰੀਕਾ ਹੈ ਕਿ ਉੱਥੇ ਦੀਵਾ ਬਾਲ ਦਿਓ। ਜੇ ਮਨੋਂ ਕੋਈ ਹਨੇਰੇ ਨੂੰ ਹੋਰ ਤਰੀਕਿਆਂ ਨਾਲ ਖਤਮ ਕਰਨਾ ਚਾਹੇ ਕਿ ਮੈਂ ਇਸ ਨੂੰ ਮਾਰ ਕੇ ਬੁਝਾ ਦੇਵਾਂਗਾ, ਪਾਣੀ ਡੋਲ ਕੇ ਹਨੇਰੇ ਨੂੰ ਬੁਝਾ ਦੇਵਾਂਗਾ, ਖਤਮ ਕਰਾਂਗਾ, ਜਿੰਨੇ ਮਰਜ਼ੀ ਤਰੀਕੇ ਵਰਤਦਾ ਰਹੇ। ਪਰ ਹਾਂ, ਸਾਰੇ ਤਰੀਕਿਆਂ ਨੂੰ ਛੱਡ ਕੇ ਜੇ ਇੱਕ ਤਰੀਕਾ ਮਨੁੱਖ ਵਰਤ ਲਵੇ ਕਿ ਹਨੇਰਾ ਹੈ ਜਿੱਥੇ ਉੱਥੇ ਦੀਵੇ ਦਾ, ਲਾਈਟ ਦਾ, ਚਾਨਣ ਦਾ ਪ੍ਰਬੰਧ ਕਰ ਦੇਵੇ ਤੇ ਹਨੇਰਾ ਖਤਮ ਹੋ ਜਾਏਗਾ। ਇਸ ਮਨ ਨੂੰ ਬੁਰੇ ਕਰਮਾਂ ਤੋਂ ਰੋਕਣ ਵਾਸਤੇ ਕੋਈ ਤਰੀਕਾ ਹੈ ਕਿ ਇਸ ਮਨ ਨੂੰ ਸ਼ਬਦ ਦੇ ਨਾਲ ਜੋੜੀਏ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੱਜਣ ਨੂੰ, ਠੱਗ ਨੂੰ ਗਲਤ ਮਾਰਗ ਤੋਂ ਰੋਕਣ ਵਾਸਤੇ, ਜਿਹੜਾ ਉਹਦਾ ਮਨ ਗਲਤ ਮਾਰਗ ਤੇ ਚੱਲ ਰਿਹਾ ਸੀ, ਉਸ ਗਲਤ ਮਾਰਗ ਤੋਂ ਸਹੀ ਮਾਰਗ ਤੇ ਲਿਆਉਣ ਵਾਸਤੇ ਪਾਤਸ਼ਾਹ ਜੀ ਨੇ ਉਸ ਨੂੰ ਸ਼ਬਦ ਦੇ ਨਾਲ ਜੋੜਿਆ, ਸ਼ਬਦ ਸੁਣਾਇਆ। ਐਸੀ ਸ਼ਬਦ ਦੀ ਚੋਟ ਅੰਦਰ ਵੱਜੀ ਕਿ ਮਨ ਬਦਲ ਗਿਆ। ਤੇ ਪਾਤਸ਼ਾਹ ਅੱਗੇ ਰਹਿਮਤ ਕਰਦੇ ਨੇ, ਨਾਨਕ ਗੁਰਮੁਖ ਛੂਟੀਐ, ਹਰ ਪ੍ਰੀਤਮ ਸਿਉ ਸੰਗ। ਹੀ ਨਾਨਕ, ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਸ਼ਰਨ ਤੋਂ ਭਾਵ ਕਿ ਜਦੋਂ ਮਨ ਸਾਡਾ ਗਿਆਨ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗਿਆਨ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ, ਤੇ ਉਦੋਂ ਇਸ ਮਨ ਦਾ ਵਿਕਾਰਾਂ ਤੋਂ ਨਾਤਾ ਟੁੱਟ ਜਾਂਦਾ ਹੈ, ਕਿਉਂਕਿ ਹੁਣ ਮਨ ਕਿਸੇ ਹੋਰ ਪਾਸੇ ਲੱਗ ਗਿਆ ਹੈ। ਤੇ ਬਾਦਸ਼ਾਹ ਕਹਿੰਦੇ ਨੇ, ਨਾਨਕ ਹੀ ਨਾਨਕ ਗੁਰਮੁਖ ਛੁੱਟੀਏ। ਗੁਰਮੁਖ ਦਾ ਅਰਥ ਗੁਰੂ, ਛੁੱਟੀਏ ਦਾ ਅਰਥ ਛੁਟਕਾਰਾ ਹੋ ਜਾਂਦਾ ਹੈ। ਤੇ ਜਦੋਂ ਮਨ ਦਾ ਛੁਟਕਾਰਾ ਹੋ ਜਾਵੇ, ਫਿਰ ਮਨ ਦੀ ਕਿਹੋ ਜਿਹੀ ਅਵਸਥਾ ਬਣ ਜਾਂਦੀ ਹੈ? ਜਿਸ ਮਨ ਦਾ ਵਿਕਾਰਾਂ ਤੋਂ ਛੁਟਕਾਰਾ ਹੋ ਗਿਆ ਹੈ। ਪਾਤਸ਼ਾਹ ਆਖਦੇ ਨੇ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਅੰਦਰ ਸਹਿਜ ਆ ਗਿਆ, ਮਨ ਹੁਣ ਇੰਦਰੀਆਂ ਦੀ ਮਾੜੀ ਪ੍ਰੇਰਣਾ ਤੋਂ ਉਤਾਂ ਉੱਠ ਗਿਆ ਹੈ। ਹੁਣ ਅੱਖਾਂ ਕੁਝ ਵੇਖਣ ਵੀ, ਪਰ ਬੁਰਾ ਵੇਖਣ ਵੀ, ਪਰ ਮਨ ਤੇ ਪ੍ਰਭਾਵ ਨਹੀਂ ਪੈਂਦਾ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਤਿੱਥੈ ਊਂਗ ਨਾ ਭੁੱਖ ਹੈ, ਉੱਥੇ ਹੁਣ ਕੋਈ ਤਮੰਨਾ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਭੁੱਖ ਨਹੀਂ, ਕੋਈ ਵਿਕਾਰਾਂ ਦੀ ਅੰਦਰ ਭੁੱਖ ਨਹੀਂ, ਕਿਉਂਕਿ ਮਨ ਉੱਚਾ ਉੱਠ ਗਿਆ ਹੈ। ਮਨ ਚੜਿਆ ਦਸਵੇਂ ਆਕਾਸ਼। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਆਨੰਦ ਹੈ,
ਅਨੰਦ ਸੁਨੋ ਵਡਭਾਗੀ ਉਹ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਹੁਣ ਜ਼ਿੰਦਗੀ ਅੰਦਰ ਆਨੰਦ ਆ ਗਿਆ ਹੈ, ਸਾਰੇ ਮਨੋਰਥ ਪੂਰੇ ਹੋ ਗਏ, ਮਨ ਜੀਤੇ ਜਗਜੀਤ, ਕਿਉਂਕਿ ਹੁਣ ਮਨ ਨੂੰ ਜਿੱਤ ਲਿਆ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਦੀ ਸ਼ਬਦ ਦੇ ਅੰਦਰ ਸਾਡੇ ਇਸ ਮਨ ਨੂੰ ਸਮਝਾਉਣਾ ਕੀਤਾ ਹੈ ਕਿ ਗੁਰੂ ਸ਼ਬਦ ਰਾਹੀਂ, ਗੁਰੂ ਗਿਆਨ ਰਾਹੀਂ ਹੀ ਇਸ ਮਾੜੇ ਮਨ ਨੂੰ, ਜਿਹੜਾ ਮਨ ਮਾੜੇ ਪਾਸੇ ਲੱਗਾ ਹੋਇਆ ਸੀ, ਇਸ ਮਨ ਨੂੰ ਸ਼ਬਦ ਦੇ ਰਾਹੀਂ ਅਸੀਂ ਸਹੀ ਮਾਰਗ ਦੇ, ਸੱਚ ਦੇ ਮਾਰਗ ਤੇ ਪਾ ਸਕਨੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਪੜ੍ਹੀ ਸੁਣੀ ਗੁਰਮਤਿ ਦੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਹੋਈ ਭੁੱਲ ਚੁੱਕ ਦੀ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ